हे टमाटोचीज हाउस यू मैं हाँ थोड़ी होस्ट मनप्रीत ते अज मैं एक्सप्लेन करांगी स्टाइन्स गेट एपीसोड 3 to 6। तो चलो करते हाँ वीडियो स्टार्ट जी। Sometimes I get confused cause I can't read social cues through my inhibitions out the door. I don't have an excuse, I'm just living in my youth. Don't know why people don't like me more. I have no friends but that's जद मायूरी ਨੂੰ ਇਹ ਪਤਾ ਲੱਗਦਾ ਹੈ ਕਿ ਕੁਰੀਸੂ ਨੇ ਉਹਨਾਂ ਦਾ ਗਰੁੱਪ ਜੁਆਇਨ ਕਰ ਲਿਆ ਹੈ ਤਾਂ ਉਹ ਬਹੁਤ ਖੁਸ਼ ਹੁੰਦੀ ਹੈ। ਫਿਰ ਉਹ ਸਾਰੇ ਮਿਲ ਕੇ ਨਿਊਮੈਰੋ 8 ਦੀ ਟੈਸਟਿੰਗ ਸਟਾਰਟ ਕਰਦੇ ਨੇ ਤੇ ਉਸੇ ਟਾਈਮ ਉਸ 'ਚ ਬਲਾਸਟ ਹੋ ਜਾਂਦਾ ਹੈ ਤੇ ਰਿੰਤਾਰੋ ਨੂੰ ਵੀ ਇਸ ਬਲਾਸਟ ਤੋਂ ਪਹਿਲਾਂ ਇੱਕ ਮੈਸੇਜ ਆਇਆ ਸੀ ਜੋ ਉਸਨੇ 5 ਡੇਜ਼ ਪਹਿਲਾਂ ਸੈਂਡ ਕੀਤਾ ਸੀ। ਫਿਰ ਰਿੰਤਾਰੋ ਦੱਸਦਾ ਹੈ ਕਿ ਨਿਊਮੈਰੋ 8 ਇੱਕ ਤਰ੍ਹਾਂ ਦੀ ਟਾਈਮ ਮਸ਼ੀਨ ਹੈ ਤੇ ਉਸ ਟਾਈਮ ਐਕਟਿਵ ਹੋਇਆ ਹੋਣਾ ਜਦ ਉਸਨੇ ਕੁਰੀਸੂ ਦੀ ਡੈਥ ਬਾਰੇ ਦਾਰੂ ਨੂੰ ਦੱਸਿਆ ਸੀ ਤੇ ਉਸੇ ਟਾਈਮ ਦਾਰੂ ਵੀ ਰਿੰਤਾਰੋ ਨੂੰ ਇਹ ਦੱਸਦਾ ਹੈ ਕਿ ਜਿਸ ਜੌਨ ਟੀਟਰ ਬਾਰੇ ਉਹ ਪੁੱਛ ਰਿਹਾ ਸੀ ਉਹ ਸਡਨਲੀ ਹੁਣ ਇੰਟਰਨੈਟ 'ਤੇ ਟ੍ਰੈਂਡਿੰਗ 'ਚ ਹੈ ਤੇ ਜੌਨ ਟੀਟਰ ਆਪਣੀ ਇੰਟਰਵਿਊ 'ਚ ਇਹ ਦੱਸਦਾ ਹੈ ਕਿ ਉਹ ਈਅਰ 2034 ਤੋਂ ਆਇਆ ਹੈ ਤੇ ਉਹ ਦੱਸਦਾ ਹੈ ਕਿ ਉਸ ਟਾਈਮ 'ਚ ਇੱਕ ਸਰਨ ਨਾਮ ਦੀ ਆਰਗੇਨਾਈਜੇਸ਼ਨ ਟਾਈਮ ਟਰੈਵਲਿੰਗ ਮਸ਼ੀਨ ਬਣਾ ਲੈਂਦੀ ਹੈ ਜਿਸ ਟਾਈਮ ਤੋਂ ਉਹ ਆਇਆ ਸੀ। ਤੇ ਜੌਨ ਟੀਟਰ ਇਹ ਵੀ ਦੱਸਦਾ ਹੈ ਕਿ ਜੇ ਕੋਈ ਪਾਸਟ 'ਚ ਜਾ ਕੇ ਕੁਝ ਵੀ ਚੇਂਜ ਕਰੇ ਤੇ ਉਹ ਸਕਸੈਸਫੁਲ ਵੀ ਹੋ ਜਾਏ ਤਾਂ ਦੋ ਸੈਪਰੇਟ ਵਰਡ ਲਾਈਨ ਕ੍ਰੀਏਟ ਹੋ ਜਾਣਗੀਆਂ। ਫਸਟ ਤਾਂ ਇਹ ਹੋਵੇਗਾ ਕਿ ਜਿਸ 'ਚ ਕੁਝ ਵੀ ਫਰਕ ਨਹੀਂ ਪੈਂਦਾ ਤੇ ਕੁਝ ਵੀ ਚੇਂਜ ਨਹੀਂ ਹੁੰਦਾ ਤੇ ਸੈਕਿੰਡ ਇਹ ਹੈ ਕਿ ਜੇ ਪਾਸਟ 'ਚ ਜਾ ਕੇ ਕੁਝ ਵੀ ਚੇਂਜ ਕੀਤਾ ਜਾਏ ਤਾਂ ਉਸ ਨਾਲ ਪ੍ਰੈਜ਼ੈਂਟ ਚੇਂਜ ਹੋ ਜਾਏਗਾ ਬਟ ਉਹਨਾਂ ਕੋਲ ਪਾਸਟ ਦੀਆਂ ਮੈਮਰੀਜ਼ ਨਹੀਂ ਰਹਿਣਗੀਆਂ। ਫਿਰ ਰਿੰਤਾਰੋ ਸੋਚਦਾ ਹੈ ਕਿ ਜੇ ਸਰਨ ਆਰਗੇਨਾਈਜੇਸ਼ਨ ਫਿਊਚਰ 'ਚ ਇਹ ਟਾਈਮ ਮਸ਼ੀਨ ਬਣਾ ਲੈਂਦੀ ਹੈ ਤਾਂ ਉਹ ਹੁਣ ਵੀ ਇਸ 'ਤੇ ਵਰਕ ਕਰ ਰਹੀ ਹੋਣਗੇ। ਫਿਰ ਰਿੰਤਾਰੋ ਦਾਰੂ ਨੂੰ ਸਰਨ ਆਰਗੇਨਾਈਜੇਸ਼ਨ ਦਾ ਡਾਟਾ ਹੈਕ ਕਰਨ ਨੂੰ ਕਹਿੰਦਾ ਹੈ ਤੇ ਉਹ ਸਕਸੈਸਫੁਲੀ ਉਸ ਦਾ ਡੇਟਾ ਹੈਕ ਕਰਕੇ ਐਂਟਰ ਵੀ ਕਰ ਲੈਂਦਾ ਹੈ ਤੇ ਉਸ 'ਚ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਮਿਲ ਜਾਂਦੀ ਹੈ ਤੇ ਉਹਨਾਂ ਨੂੰ ਇਹ ਵੀ ਪਤਾ ਚੱਲਦਾ ਹੈ ਕਿ ਸਰਨ ਆਰਗੇਨਾਈਜੇਸ਼ਨ ਨੇ ਬਲੈਕ ਹੋਲ ਵੀ ਕ੍ਰੀਏਟ ਕਰਨੇ ਸਿੱਖ ਲਏ ਨੇ ਤੇ ਬਲੈਕ ਹੋਲਸ ਨਾਲ ਟਾਈਮ ਟਰੈਵਲ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੂੰ ਇਹ ਵੀ ਪਤਾ ਚੱਲਦਾ ਹੈ ਕਿ ਇਸ ਐਕਸਪੈਰੀਮੈਂਟ 'ਚ ਇੱਕ ਬੰਦੇ ਦੀ ਡੈਥ ਵੀ ਹੋ ਚੁੱਕੀ ਹੈ ਤੇ ਇੱਕ ਈਮੇਲ 'ਚ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਉਹ ਸਿਰਫ ਇੱਕ ਕੰਪਿਊਟਰ IBM 5100 ਨਾਲ ਹੀ ਡਿਕੋਡ ਕੀਤਾ ਜਾ ਸਕਦਾ ਹੈ ਤੇ ਇਹ ਉਹੀ ਕੰਪਿਊਟਰ ਸੀ ਜੋ ਮੋਇਕਾ ਵੀ ਲੱਭ ਰਹੀ ਹੁੰਦੀ ਹੈ ਤੇ ਫਿਰ ਕੁਰੀਸੋ ਵੀ ਉਸ ਨਿਊਮੈਰੋ 8 ਬਾਰੇ ਸੁਣ ਕੇ ਐਪ 'ਚ ਨਹੀਂ ਆਉਂਦੀ ਕਿਉਂਕਿ ਉਹ ਇਹ ਸਭ ਗੱਲਾਂ 'ਤੇ ਯਕੀਨ ਨਹੀਂ ਕਰਦੀ ਬਲਕਿ ਇਹ ਸਭ ਪਿੱਛੇ ਲੌਜਿਕ ਲੱਭਣ ਲੱਗ ਜਾਂਦੀ ਹੈ। ਜਦੋਂ ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਤਾਂ ਉਹ ਰਿੰਤਾਰੋ ਨੂੰ ਮਿਲਦੀ ਹੈ ਤੇ ਰਿੰਤਾਰੋ ਉਸ ਨੂੰ ਸਰਨ ਆਰਗੇਨਾਈਜੇਸ਼ਨ ਬਾਰੇ ਸਭ ਦੱਸ ਦਿੰਦਾ ਹੈ ਬਟ ਹੁਣ ਵੀ ਕੁਰੀਸੋ ਉਸ 'ਤੇ ਕਿਸੇ ਗੱਲ 'ਤੇ ਯਕੀਨ ਨਹੀਂ ਕਰਦੀ ਤੇ ਉਹ ਉੱਥੋਂ ਚਲੀ ਜਾਂਦੀ ਹੈ। ਨੈਕਸਟ ਸੀਨ 'ਚ ਰਿੰਤਾਰੋ ਨੂੰ ਮਾਯੂਰੀ ਦਾ ਕੋਲ ਆਉਂਦਾ ਹੈ ਤੇ ਉਸ ਨੂੰ ਦੱਸਦੀ ਹੈ ਕਿ ਜਿੱਥੇ ਉਹ ਕੰਮ ਕਰਦੀ ਹੈ ਉੱਥੇ ਦੀ ਵੇਟਰਸ ਕੋਲ IBM 5100 ਬਾਰੇ ਇਨਫੋਰਮੇਸ਼ਨ ਹੈ ਤੇ ਉਸ ਵੇਟਰਸ ਦਾ ਨਾਮ ਹੁੰਦਾ ਹੈ ਫੈਰਿਸ ਤੇ ਰਿੰਤਾਰੋ ਜਦੋਂ ਉਸ ਵੇਟਰਸ ਮਤਲਬ ਫੈਰਿਸ ਕੋਲ ਜਾਂਦਾ ਹੈ ਤਾਂ ਉਹ ਦੱਸਦੀ ਹੈ ਕਿ ਉਸਨੇ ਇਹ IBM 5100 ਲੂਕਾ ਦੀ ਫਾਦਰ ਦੀ ਸ਼ਰਨ 'ਚ ਦੇਖਿਆ ਸੀ। ਫਿਰ ਰਿੰਤਾਰੋ ਤੇ ਕੁਰੀਸੂ ਦੋਨੋਂ ਹੀ ਉਸੀ ਜਗ੍ਹਾ 'ਤੇ ਜਾਂਦੇ ਨੇ ਤੇ ਉੱਥੇ ਜਾ ਕੇ ਉਸਨੂੰ IBM 5100 ਮਿਲ ਵੀ ਜਾਂਦਾ ਹੈ ਤੇ ਉਹ ਉਸ ਨੂੰ ਲੈਬ 'ਚ ਲੈ ਆਉਂਦਾ ਹੈ ਬਟ ਜਦੋਂ ਉਹ ਅੰਦਰ ਐਂਟਰ ਕਰਨ ਵਾਲੇ ਸੀ ਤਾਂ ਉਹ ਬਿਲਡਿੰਗਸ ਦੇ ਨੀਚੇ ਸਜੂਹਾ ਜੋ ਕਿ ਮੈਂ ਐਪੀਸੋਡ 1-2 'ਚ ਦੱਸ ਚੁੱਕੀ ਹਾਂ ਕਿ ਉਹ ਕੌਣ ਹੈ ਉਹ ਮਿਲਦੀ ਹੈ। ਜਦੋਂ ਕੁਰੀਸੂ ਨੂੰ ਦੇਖਦੀ ਹੈ ਤਾਂ ਭੜਕ ਜਾਂਦੀ ਹੈ। ਫਿਰ ਦਾਰੂ ਉਹਨਾਂ ਨੂੰ ਦੱਸਦਾ ਹੈ ਕਿ ਅਜੇ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਬਿਕੋਜ਼ ਉਸ ਲਈ ਇਹਨਾਂ ਨੂੰ ਕੁਝ ਪਾਰਟਸ ਚਾਹੀਦੇ ਨੇ ਤਾਂ ਫਿਰ ਰਿੰਤਾਰੋ ਜਦੋਂ ਉਹ ਪਾਰਟਸ ਨੂੰ ਪਰਚੇਸ ਕਰਨ ਲਈ ਮਾਰਕੀਟ 'ਚ ਜਾਂਦਾ ਹੈ ਤਾਂ ਉੱਥੇ ਉਸ ਨੂੰ ਮਿਲਦੀ ਹੈ ਸਜੂਹਾ ਤੇ ਰਿੰਤਾਰੋ ਜਦੋਂ ਉਸ ਨੂੰ ਕੁਰੀਸੋ 'ਤੇ ਅਟੈਕ ਕਰਨ ਬਾਰੇ ਪੁੱਛਦਾ ਹੈ
ਤਾਂ ਉਹ ਕਹਿੰਦੀ ਹੈ ਕਿ ਫਿਊਚਰ 'ਚ ਕੁਰੀਸੋ ਉਹਨਾਂ ਨੂੰ ਬਿਟਰੇ ਕਰੇਗੀ, ਬਟ ਰਿੰਤਾਰੋ ਨੂੰ ਕੁਝ ਵੀ ਸਮਝ ਨਹੀਂ ਆਉਂਦਾ। ਫਿਰ ਅਸੀਂ ਲੈਬ ਦਾ ਸੀਨ ਦੇਖਦੇ ਹਾਂ ਤੇ ਕੁਰੀਸੋ ਜਦੋਂ ਤੱਕ ਅਮਰੀਕਾ ਨਹੀਂ ਜਾਂਦੀ ਉਹ ਲੈਬ 'ਚ ਹੀ ਕੰਮ ਕਰਨ ਬਾਰੇ ਕਹਿੰਦੀ ਹੈ। ਫਿਰ ਦਾਰੂ ਉਹਨਾਂ ਪਾਰਟਸ ਨੂੰ ਲਗਾ ਕੇ IBM 5100 ਨੂੰ ਔਨ ਕਰ ਲੈਂਦਾ ਹੈ ਤੇ ਥੋੜੇ ਟਾਈਮ ਬਾਅਦ ਹੀ ਉਹ ਕੋਡ ਡਿਕੋਡ ਕਰ ਲੈਂਦਾ ਹੈ ਤੇ ਉਸ ਵਿੱਚ CERN ਆਰਗੇਨਾਈਜੇਸ਼ਨ ਦੀ ਟਾਈਮ ਟਰੈਵਲ ਐਕਸਪੈਰੀਮੈਂਟ ਇਨਫੋਰਮੇਸ਼ਨ ਹੁੰਦੀ ਹੈ ਤੇ ਇੱਕ Z ਪ੍ਰੋਗਰਾਮ ਬਾਰੇ ਵੀ ਹੁੰਦਾ ਹੈ ਜੋ ਕਿ ਟਾਈਮ ਟਰੈਵਲ ਦੀ ਪੋਸੀਬਿਲਿਟੀ ਨੂੰ ਦੱਸਦਾ ਹੈ ਤੇ ਟਾਈਮ ਟਰੈਵਲ ਐਕਸਪੈਰੀਮੈਂਟ ਐਨੀਮਲ ਤੇ ਹਿਊਮਨ ਤੇ ਕੀਤਾ ਗਿਆ ਸੀ ਤੇ ਕਈ ਲੋਕ ਇਹ ਐਕਸਪੈਰੀਮੈਂਟ ਸਹਿ ਨਹੀਂ ਸਕੇ ਤੇ ਉਹਨਾਂ ਦੀ ਡੈਥ ਵੀ ਹੋਈ ਸੀ ਤੇ ਉਹਨਾਂ ਦੀ ਬੋਡੀ ਅਲੱਗ-ਅਲੱਗ ਟਾਈਮ 'ਚ ਗਲੂਟਨ 'ਚ ਕਨਵਰਟ ਹੋਈ ਮਿਲੀ ਸੀ ਤੇ ਇਹ ਸਭ ਦੇਖ ਕੇ ਉਹ ਸ਼ੌਕਡ ਰਹਿ ਜਾਂਦੇ ਨੇ। ਫਿਰ ਸਾਨੂੰ ਸੀਨ ਦਿਖਾਇਆ ਜਾਂਦਾ ਹੈ ਉਸ ਸੈਟੇਲਾਈਟ ਦਾ ਜਿਸ ਨੂੰ 5 ਡੇਜ਼ ਹੋ ਚੁੱਕੇ ਸੀ ਤੇ ਦੂਜੀ ਤਰਫ ਰਿੰਤਾਰੋ, ਮਾਯੋਰੀ, ਕੁਰੀਸੂ, ਦਾਰੂ ਤੇ ਸਜੂਹਾ ਇੱਕ ਪਾਰਟੀ ਕਰਨ ਬਾਰੇ ਸੋਚਦੇ ਨੇ, ਬਟ ਅਗੇਨ ਸਜੂਹਾ ਕੁਰੀਸੂ ਨੂੰ ਦੇਖ ਕੇ ਆਪਣੀ ਸ਼ੌਪ 'ਚ ਹੀ ਚਲੀ ਜਾਂਦੀ ਹੈ ਤੇ ਫਿਰ ਉਹ ਚਾਰੋਂ ਹੀ ਪਾਰਟੀ ਕਰਦੇ ਨੇ ਤੇ ਆਪਣੇ ਟਾਈਮ ਮਸ਼ੀਨ ਨੂੰ ਡੀਮੇਲ ਦਾ ਨਾਮ ਦਿੰਦੇ ਨੇ ਤੇ ਹੁਣ ਉਹ ਉਸ ਦਾ ਪ੍ਰੋਪਰ ਐਕਸਪੈਰੀਮੈਂਟ ਕਰਨ ਲੱਗਦੇ ਨੇ, ਜਿਸ ਲਈ ਉਹ ਫਿਰ ਬਨਾਨਾ ਨੂੰ ਉਸ ਦੇ ਅੰਦਰ ਰੱਖਦੇ ਨੇ ਤੇ ਨਾਲ ਹੀ ਇੱਕ ਮੈਸੇਜ ਸੈਂਡ ਕਰਦੇ ਨੇ ਤਾਂ ਉਹ ਮੈਸੇਜ ਸਕਸੈਸਫੁਲੀ ਪਾਸਟ 'ਚ ਪਹੁੰਚ ਜਾਂਦਾ ਹੈ। ਇਟ ਮੀਨਸ ਉਹ ਕੰਮ ਕਰ ਰਹੀ ਸੀ ਤੇ ਕੁਰੀਸੂ ਇਹ ਵੀ ਡਿਸਕਲੋਜ਼ ਕਰਦੀ ਹੈ ਕਿ ਡੀਮੇਲ ਉਸ ਮਾਈਕ੍ਰੋਵੇਵ 'ਚ ਲੱਗੇ ਟਾਈਮ ਦੇ ਹਿਸਾਬ ਨਾਲ ਹੀ ਕੰਮ ਕਰਦਾ ਹੈ ਤੇ ਉਸ ਦਾ 1 ਸੈਕਿੰਡ ਰਿਐਲਿਟੀ 'ਚ 1 ਆਰ ਹੁੰਦਾ ਹੈ। ਇਟ ਮੀਨਸ ਜੇ ਉਹ ਮਾਈਕ੍ਰੋਵੇਵ ਦਾ ਟਾਈਮ 1 ਸੈਕਿੰਡ ਸੈੱਟ ਕਰਦੇ ਨੇ ਤੇ ਮੈਸੇਜ ਸੈਂਡ ਕਰਦੇ ਨੇ ਤਾਂ ਉਹ ਪਾਸਟ 'ਚ 1 ਆਰ ਪਿੱਛੇ ਜਾਏਗਾ ਤੇ ਮੈਸੇਜ ਦੇ ਟੈਕਸਟ ਦਾ ਸਾਈਜ਼ ਵੀ 32 ਕਰੈਕਟਰ ਤੋਂ ਜ਼ਿਆਦਾ ਨਹੀਂ ਹੋ ਸਕਦਾ। ਤੇ ਨੈਕਸਟ ਡੇ ਮੋਇਕਾ ਵੀ ਰਿੰਤਾਰੋ ਦੇ ਘਰ IBM 5100 ਦੇਖਣ ਆਉਂਦੀ ਹੈ ਤੇ ਰਿੰਤਾਰੋ ਨੇ ਆਪਣੇ ਸਾਰੇ ਫਰੈਂਡਸ ਨੂੰ ਟਾਈਮ ਟਰੈਵਲ ਬਾਰੇ ਕਿਸੇ ਨੂੰ ਦੱਸਣ ਬਾਰੇ ਮਨਾ ਕੀਤਾ ਸੀ, ਬਟ ਗਲਤੀ ਨਾਲ ਸਭ ਮੋਇਕਾ ਨੂੰ ਦੱਸ ਦਿੰਦੇ ਨੇ। ਫਿਰ ਰਿੰਤਾਰੋ ਵੀ ਉਸ ਨੂੰ ਸਾਰੀ ਸਟੋਰੀ ਦੱਸ ਦਿੰਦਾ ਹੈ ਤੇ ਇੱਥੇ ਹੀ ਐਪੀਸੋਡ ਐਂਡ ਹੋ ਜਾਂਦੇ ਨੇ। ਹੁਣ ਮਿਲਾਂਗੇ ਨੈਕਸਟ ਵੀਡੀਓ 'ਚ। ਹਮ ਸੇ ਵੀਡੀਓ ਅਪਲੋਡ ਕਰਨਾ ਹੁਣ ਤੁਹਾਡਾ ਕੰਮ ਹੈ, ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ।